ਗੱਲ ਕਰਾਂਗੇ ਕਿ ਕਿੱਦਾਂ ਦੇ ਬੱਚਿਆਂ ਨੂੰ ਕਿੱਦਾਂ ਦਾ ਕੋਰਸ ਲੈਣਾ ਚਾਹੀਦਾ ਹੈ, ਕਿੱਦਾਂ ਦੀ ਪੜ੍ਹਾਈ ਕਰਨੀ ਚਾਹੀਦੀ ਹੈ ਕਿ ਉਹਨਾਂ ਦੀ ਲਾਈਫ ਉੱਥੇ ਸੌਖੇ ਤਰੀਕੇ ਨਾਲ ਸੈਟਲ ਹੋ ਸਕੇ। ਜੇ ਟਰੱਕ ਡਰਾਈਵਰਸ ਦੀ, ਨਰਸਿੰਗਸ ਦੀ ਗੱਲ ਕੀਤੀ ਹੈ ਤੇ ਜੇ ਤੁਹਾਡੇ ਓਵਰਆਲ 5.5 ਬੈਂਡ ਨੇ, ਜੇ ਓਵਰਆਲ 5.5 ਬੈਂਡ ਨੇ ਤੁਹਾਡੇ, ਤੇ ਤੁਸੀਂ ਕੈਨੇਡਾ ਦੇ ਵਿੱਚ ਆਪਣੇ ਕੈਰੀਅਰ ਨੂੰ ਸੈਟਲ ਕਰ ਸਕਦੇ ਹੋ ਐਜ਼ ਅ ਹੋਮ ਸਪੋਰਟ ਵਰਕਰ। ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਪੰਜਾਬੀ ਬੁਲੇਟਿਨ ਦੇ ਨਾਲ ਤੇ ਮੈਂ ਹਾਂ ਮਨਪ੍ਰੀਤ ਕੌਰ। ਅੱਜ ਅਸੀਂ ਗੱਲਬਾਤ ਕਰਾਂਗੇ ਇਮੀਗ੍ਰੇਸ਼ਨ ਦੇ ਨਵੇਂ ਟ੍ਰੈਂਡਸ ਦੀ। ਕੀ ਨਵੇਂ ਟ੍ਰੈਂਡਸ ਚੱਲ ਰਹੇ ਨੇ, ਕਿਉਂਕਿ ਪੰਜਾਬ ਦੇ ਲੋਕਾਂ ਦਾ ਸੁਪਨਾ ਹੁੰਦਾ ਹੈ ਵਿਦੇਸ਼ਾਂ ਦੇ ਵਿੱਚ ਜਾ ਕੇ ਇੱਕ ਚੰਗਾ ਭਵਿੱਖ ਜਿਹੜਾ ਬਣਾਉਣਾ ਹੈ, ਤੇ ਚੰਗੇ ਭਵਿੱਖ ਦੇ ਲਈ ਉਹਨਾਂ ਨੂੰ ਚਾਹੇ ਉਹ ਸਟੱਡੀ ਵੀਜ਼ਾ ਤੇ ਜਾਣ, ਚਾਹੇ ਉਹ ਵਰਕ ਪਰਮਿਟ ਤੇ ਜਾਣ, ਬਹੁਤ ਸਾਰੇ ਵੀਜ਼ਾਸ ਕੈਟਾਗਰੀਜ਼ ਹੁੰਦੀਆਂ ਨੇ ਜਿੱਥੇ ਜਾ ਕੇ ਆਪਣਾ ਭਵਿੱਖ ਉਜਵਲ ਬਣਾ ਸਕਦੇ ਨੇ। ਸੋ ਇਸੇ ਬਾਬਤ ਅਸੀਂ ਅੱਜ ਪਹੁੰਚੇ ਹਾਂ ਕੈਨ ਵਰਲਡ ਦੇ ਆਫਿਸ ਦੇ ਵਿੱਚ। ਸਾਡੇ ਨਾਲ ਭਾਵਨਾ ਜੀ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਸੋ ਮੈਮ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮਚ। ਥੈਂਕ ਯੂ ਟੂ ਦ ਵਿਊਅਰਸ, ਥੈਂਕ ਯੂ ਟੂ ਯੂ। ਅੱਜ ਗੱਲ ਕਰਾਂਗੇ ਡਿਫਰੈਂਟ ਵੀਜ਼ਾਸ ਦੀ। ਜਦੋਂ ਅਸੀਂ ਡਿਫਰੈਂਟ ਵੀਜ਼ਾਸ ਦੀ ਗੱਲ ਕਰਾਂਗੇ ਕਿ ਕਿੱਦਾਂ ਦੇ ਬੱਚਿਆਂ ਨੂੰ ਕਿੱਦਾਂ ਦਾ ਕੋਰਸ ਲੈਣਾ ਚਾਹੀਦਾ ਹੈ, ਕਿੱਦਾਂ ਦੀ ਪੜ੍ਹਾਈ ਕਰਨੀ ਚਾਹੀਦੀ ਹੈ ਕਿ ਉਹਨਾਂ ਦੀ ਲਾਈਫ ਉੱਥੇ ਸੌਖੇ ਤਰੀਕੇ ਨਾਲ ਸੈਟਲ ਹੋ ਸਕੇ। ਨਾ ਕਿ ਉਹ ਇੱਕ ਇਹੋ ਜਿਹੇ ਕੋਰਸ ਪੜ੍ਹਨ ਜਾਣ ਜਿਨ੍ਹਾਂ ਵਿੱਚ ਉਹਨਾਂ ਦਾ ਇੰਟਰਸਟ ਨਾ ਹੋਵੇ, ਉੱਥੇ ਜਾ ਕੇ ਉਹਨਾਂ ਕੋਰਸਿਸ 'ਚ ਪਾਸ ਨਾ ਹੋਣ, ਫੀਸਾਂ ਭਰਦੇ ਰਹਿਣ ਐਂਡ ਬਾਅਦ 'ਚੋਂ ਧੱਕੇ ਖਾਣ ਐਂਡ ਮਾਂ-ਬਾਪ ਦੇ ਪੈਸੇ ਤੇ ਮਾਂ-ਬਾਪ ਦੇ ਸੁਪਨੇ ਸਾਕਾਰ ਕਰਨ ਦੀ ਬਜਾਏ ਵਾਪਸ ਇੰਡੀਆ ਜਾਂ ਕਿਸੇ ਵੀ ਕੰਟਰੀ 'ਚ ਵਾਪਸ ਮੁੜ ਜਾਣ। ਬਹੁਤ ਸਾਰੀ ਕੰਟਰੀਜ਼ ਦੇ ਵਿੱਚ ਕਈ ਚੀਜ਼ਾਂ ਡਿਫਰੈਂਟਲੀ ਦੇਖੀਆਂ ਜਾਂਦੀਆਂ। ਜੇ ਆਪਾਂ ਆਸਟ੍ਰੇਲੀਆ ਤੇ ਕੈਨੇਡਾ ਦੀ ਅੱਜ ਗੱਲ ਕੀਤੀ ਜਾਏ ਤਾਂ ਆਸਟ੍ਰੇਲੀਆ ਦਾ ਲੈਜਿਸਲੇਸ਼ਨ ਬਹੁਤ ਕੰਪਲੀਟਲੀ ਡਿਫਰੈਂਟ ਹੈ, ਰੂਲਸ ਬਹੁਤ ਡਿਫਰੈਂਟ ਨੇ, ਵੀਜ਼ਾ ਲੈਣ ਦਾ ਤਰੀਕਾ, ਵੀਜ਼ਾ ਫਾਈਲ ਲੌਂਚ ਕਰਨ ਦਾ ਤਰੀਕਾ ਬਹੁਤ ਵੱਖਰਾ ਹੈ। ਜੇ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ, ਵੀਜ਼ਾ ਕੰਡੀਸ਼ਨਸ, ਲੈਜਿਸਲੇਸ਼ਨ, ਵੀਜ਼ਾ ਲੈਣ ਦਾ ਤਰੀਕਾ ਬਹੁਤ ਵੱਖਰਾ ਹੈ। ਸੋ ਜਦੋਂ ਵੀ ਕੋਈ ਬੱਚਾ ਇਹ ਸੋਚਦਾ ਹੈ ਕਿ ਮੈਂ ਕਿਹੜੀ ਕੰਟਰੀ ਦੇ ਵਿੱਚ ਪੜ੍ਹਨ ਜਾਣਾ ਹੈ, ਤਾਂ ਪਹਿਲਾਂ ਉਹਨੇ ਖੁਦ ਦੇ ਫੈਕਟਸ ਨਾਲ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਉਹਦੀ ਪਰਸੈਂਟੇਜ ਕੀ ਹੈ, ਉਹਦੇ ਆਈਐਲਟਸ ਸਕੋਰ ਕੀ ਹੈ, ਉਹ ਕੀ ਪੜ੍ਹਨਾ ਚਾਹੁੰਦਾ ਹੈ, ਜੋ ਪੜ੍ਹਨਾ ਚਾਹੁੰਦਾ ਕੀ ਉਸ ਕੰਟਰੀ ਦੇ ਵਿੱਚ ਡਿਮਾਂਡ ਹੈ ਉਸ ਪੜ੍ਹਨ ਦੀ, ਕੀ ਉਹ ਕੀ ਕਿੱਤਾ ਕਰਨਾ ਚਾਹੁੰਦਾ ਫਿਊਚਰ 'ਚ, ਕੀ ਉਹਨੂੰ ਫਾਈਨੈਂਸ਼ੀਅਲ ਡਿਪੈਂਡੈਂਸ ਹੈ ਮਾਂ-ਬਾਪ ਦੀ, ਕਿੰਨੀ ਫਾਈਨੈਂਸ਼ੀਅਲ ਡਿਪੈਂਡੈਂਸ ਹੈ, ਉਹ ਕੀ ਸੁਪਨੇ ਸੋਚਦੇ ਨੇ ਬੱਚੇ ਬਾਰੇ, ਉਹਦੇ ਮਾਂ-ਬਾਪ ਪਲੱਸ ਬੱਚਾ ਆਪਣੇ ਬਾਰੇ ਕੀ ਸੁਪਨੇ ਸੋਚਦਾ, ਕੀ ਸੋਚਦਾ ਹੈ ਕਿ ਮੈਂ ਆਪਣੇ ਕੈਰੀਅਰ ਨੂੰ ਇੱਕ ਸਾਇੰਟੀਫਿਕ ਰੋਬੋਟਿਕਸ ਪੜ੍ਹਨਾ ਚਾਹੁੰਦਾ ਵਾਂ, ਮੈਂ ਕਾਰਪੈਂਟਰੀ ਕਰਨਾ ਚਾਹੁੰਦਾ ਵਾਂ, ਮੈਂ ਮਕੈਨਿਕ ਕਰਨਾ ਚਾਹੁੰਦਾ ਵਾਂ, ਜਾਂ ਮੈਂ ਬਿਜ਼ਨਸ ਐਨਾਲਿਸਟ ਬਣਨਾ ਚਾਹੁੰਦਾ ਨਾ। ਹਰ ਬੱਚਾ ਆਪਣੇ ਕ੍ਰਾਈਟੇਰੀਏ ਆਪਣੇ ਅੰਦਰ ਪਹਿਲਾਂ ਝਾਤੀ ਮਾਰ ਕੇ ਦੇਖੇ, ਫਿਰ ਡਿਸਾਈਡ ਕਰੇ ਕਿ ਮੈਂ ਕਿਹੜੀ ਕੰਟਰੀ ਦੇ ਵਿੱਚ ਪੜ੍ਹਨਾ ਹੈ, ਕਿੰਨੀ ਪਰਸੈਂਟੇਜ ਚਾਹੀਦੀ ਹੈ, ਕਿੰਨੇ ਆਈਐਲਟਸ ਦੇ ਸਕੋਰ ਚਾਹੀਦੇ ਨੇ। ਇਹ ਗੱਲਾਂ ਬਹੁਤ ਜ਼ਰੂਰੀ ਨੇ। ਮਾਂ-ਬਾਪ ਇਹਨਾਂ ਤੇ ਗਰਾਊਂਡ ਵਰਕ ਕਰਨਾ 11ਵੀਂ ਜਮਾਤ ਤੋਂ ਸ਼ੁਰੂ ਕਰ ਦੇਣ। 11ਵੀਂ ਕਲਾਸ ਤੋਂ ਮਾਂ-ਬਾਪ ਨੂੰ ਜੇਕਰ ਬੱਚੇ ਨੂੰ 12th ਵਿੱਚ ਭੇਜਣਾ ਹੈ ਤਾਂ ਪਹਿਲਾਂ ਹੀ ਐਕਸਰਸਾਈਜ਼ ਕਰਨਾ, ਪਲਾਨਿੰਗ ਕਰਨਾ ਜ਼ਰੂਰੀ ਹੈ ਕਿ ਮਾਂ-ਬਾਪ ਪਲਾਨ ਕਰ ਲੈਣ। ਬਹੁਤ ਸਾਰੇ ਲੋਕ ਅਕਸਰ ਆਉਂਦੇ ਆ ਆਸਟ੍ਰੇਲੀਆ ਜਾਣਾ ਹੈ ਜਾਂ ਕੈਨੇਡਾ ਜਾਣਾ ਹੈ, ਨਹੀਂ ਸਮਝ ਹੁੰਦੀ ਉਹਨਾਂ ਨੂੰ। ਉਹ ਸੋਚਦੇ ਨੇ ਕਿ ਜੇਕਰ ਕੈਨੇਡਾ ਜਾਣਾ ਹੈ ਤੇ ਮੋਡਿਊਲ 1 ਦੇ ਵਿੱਚੋਂ 5.5 ਨੇ ਤਾਂ ਅਸੀਂ ਬੱਚੇ ਨੂੰ ਕੈਨੇਡਾ ਭੇਜ ਸਕਦੇ ਹਾਂ। ਹਾਂਜੀ, ਤੁਸੀਂ ਨਾਨ ਐਸਡੀਐਸ ਕੈਟਾਗਰੀ ਦੇ ਵਿੱਚ ਬੱਚੇ ਨੂੰ ਕੈਨੇਡਾ ਭੇਜ ਸਕਦੇ ਹੋ, ਲੇਕਿਨ ਆਸਟ੍ਰੇਲੀਆ ਦੇ ਵਿੱਚ ਜੇ ਤੁਹਾਡੇ ਓਵਰਆਲ 6 ਬੈਂਡ ਨੇ, 1 'ਚ 2 ਮੋਡਿਊਲ 'ਚ 5.5 ਨੇ, 2 'ਚ ਨੇ ਜਾਂ 3 'ਚ ਨੇ, ਬਹੁਤ ਜ਼ਿਆਦਾ ਮੈਟਰ ਨਹੀਂ ਕਰਦਾ। ਆਸਟ੍ਰੇਲੀਆ ਦੇ ਰੂਲਸ ਨੂੰ ਤੁਸੀਂ ਕੈਨੇਡਾ ਦੇ ਰੂਲਸ ਦੇ ਨਾਲ, ਉਹਨਾਂ ਕੋਰਸਿਸ ਦੇ ਨਾਲ ਨਹੀਂ ਮਿਲਾ ਸਕਦੇ। ਹਰ ਕੰਟਰੀ ਦੀ ਸ਼ਾਰਟੇਜ ਸਕਿੱਲ ਲਿਸਟ ਵੱਖਰੀ ਹੈ। ਈਵਨ ਇੱਥੇ ਤੱਕ ਹੈ ਕਿ ਹਰ ਸਟੇਟ ਦੀ, ਜੇਕਰ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਨਿਊ ਸਾਊਥ ਵੇਲਸ ਦੇ ਵਿੱਚ ਜਿੰਨਾ ਬੱਚਿਆਂ ਦੀ ਲੋੜ ਹੈ, ਹੋ ਸਕਦਾ ਉਹਨਾਂ ਬੱਚਿਆਂ ਦੀ ਲੋੜ ਵਿਕਟੋਰੀਆ ਦੇ ਵਿੱਚ ਨਹੀਂ ਹੈ। ਜਿੰਨਾ ਬੱਚਿਆਂ ਦੀ ਲੋੜ ਵਿਕਟੋਰੀਆ ਦੇ ਵਿੱਚ, ਉਹਨਾਂ ਬੱਚਿਆਂ ਦੀ ਲੋੜ ਸਾਊਥ ਆਸਟ੍ਰੇਲੀਆ ਦੇ ਵਿੱਚ ਨਹੀਂ ਹੈ। ਉਹਨਾਂ ਬੱਚਿਆਂ ਦੀ ਲੋੜ ਵੈਸਟਰਨ ਪਰਥ ਦੇ ਵਿੱਚ ਨਹੀਂ ਹੈ। ਸੋ ਇਹ ਚੀਜ਼ਾਂ ਦਾ ਬਹੁਤ ਕਲੋਜ਼ਲੀ ਧਿਆਨ ਰੱਖਣਾ ਪੈਂਦਾ ਹੈ। ਜੇਕਰ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਜਿੰਨਾ ਬੱਚਿਆਂ ਦੀ ਜ਼ਰੂਰਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈ, ਜਿੰਨੀ ਸ਼ਾਰਟੇਜ ਸਕਿੱਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈ, ਉਹ ਯੂਕੌਨ 'ਚ ਨਹੀਂ ਹੈ। ਜੇਕਰ ਉਹਨਾਂ ਦੀ ਯੂਕੌਨ ਦੇ ਵਿੱਚ ਸ਼ਾਰਟੇਜ ਹੈ ਤਾਂ ਬਹੁਤ ਬੱਚਿਆਂ ਦੀ ਵੈਂਕੂਵਰ, ਟੋਰਾਂਟੋ, ਇਹਨਾਂ ਏਰੀਆਜ਼ ਦੇ ਵਿੱਚ ਉਹਨਾਂ ਸਕਿੱਲਸ ਦੀ ਸ਼ਾਰਟੇਜ ਨਹੀਂ ਹੈ। ਹਰ ਸਟੇਟ ਆਪਣੀ ਸ਼ਾਰਟੇਜ ਲਿਸਟ ਦੇ ਅਕੋਰਡਿੰਗਲੀ ਡਿਸਾਈਡ ਕਰਦੀ ਹੈ ਕਿ ਕਿੰਨੇ ਮਾਈਗ੍ਰੇਸ਼ਨ ਦੇ ਲੋਕਾਂ ਨੂੰ, ਬੱਚਿਆਂ ਨੂੰ ਜਾਂ ਮਾਈਗ੍ਰੇਸ਼ਨ ਪਾਲਿਸੀਜ਼ ਦੇ ਨਾਲ ਜੁੜ ਕੇ ਉਹਨਾਂ ਨੂੰ ਪੱਕਾ ਕਰਨਾ ਹੈ। ਸੋ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਧਿਆਨ ਦੇ ਕੇ, ਕੰਸਲਟੈਂਟ ਦੀ ਜੌਬ ਤਾਂ ਹੈ ਹੀ ਹੈ, ਪਰ ਉਹਦੇ ਨਾਲ ਨਾਲ ਬੱਚੇ ਦੀ ਤੇ ਉਹਦੇ ਮਾਂ-ਬਾਪ ਦੀ ਵੀ ਜੌਬ ਹੈ ਕਿ ਉਹ ਆਪਣੇ ਫੈਕਟਸ ਨਾਲ ਬਹੁਤ ਜ਼ਿਆਦਾ ਜਾਣੂ ਹੋਣ। ਸੋ ਜੇਕਰ ਤੁਸੀਂ ਬਹੁਤ ਸਾਰੇ ਕਈ ਵਾਰੀ ਅਕਸਰ ਸਿਚੁਏਸ਼ਨਸ ਆਉਂਦੀਆਂ ਜਿਨ੍ਹਾਂ ਵਿੱਚ ਪੁੱਛਿਆ ਜਾਂਦਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਨਹੀਂ ਹੈਗੀ, ਕੈਨੇਡਾ ਦੇ ਵਿੱਚ ਪੀਆਰ ਸੌਖੀ ਹੈ। ਕੈਨੇਡਾ ਦੇ ਵਿੱਚ ਪੀਆਰ ਕਿੱਦਾਂ ਸੌਖੀ ਹੈ? ਕੈਨੇਡਾ ਦੇ ਵਿੱਚ ਉਹਨਾਂ ਟ੍ਰੇਡਸ ਦੇ ਵਿੱਚ ਪੀਆਰ ਸੌਖੀ ਹੈ ਜਿਨ੍ਹਾਂ ਵਿੱਚ ਤੁਸੀਂ ਪਹਿਲਾਂ ਆਈਐਲਟਸ ਕਰਕੇ ਉਹਨਾਂ ਆਕਿਊਪੇਸ਼ਨ ਲਿਸਟ ਵਿੱਚ ਪੜ੍ਹਦੇ ਹੋ, ਇੰਪਲੋਇਰ ਤੋਂ ਚਿੱਠੀ ਲੈਂਦੇ ਹੋ ਤੇ ਉੱਥੇ ਸੈਟਲ ਹੋ ਜਾਂਦੇ ਹੋ। ਇਹ ਇੱਕ ਸਿੰਪਲ ਤਰੀਕਾ ਹੈ ਇੱਕ ਸਟੂਡੈਂਟ ਵੱਲ ਬੱਚੇ ਲਈ ਪੱਕਾ ਹੋਣਾ ਕੈਨੇਡਾ ਦੇ ਵਿੱਚ। ਸਿਮਿਲਰ ਥਿਊਰੀ ਅਪਲਾਈ ਹੁੰਦੀ ਹੈ ਆਸਟ੍ਰੇਲੀਆ ਦੇ ਵਿੱਚ। ਜੇਕਰ ਤੁਸੀਂ 2 ਸਾਲ ਦੀ ਪੜ੍ਹਾਈ ਕਰਦੇ ਹੋ
7 ਈਚ ਲੈਂਦੇ ਹੋ, ਤੁਹਾਡੇ ਕੋਲ ਇੰਪਲੋਇਰ ਤੋਂ ਲੈਟਰ ਹੈ, ਤਾਂ ਤੁਸੀਂ ਉੱਥੇ ਵੀ ਪੱਕੇ ਹੋ ਸਕਦੇ ਹੋ। ਸੋ ਜੇ ਬੱਚਿਆਂ ਦੇ ਦਿਲਾਂ ਦੇ ਅੰਦਰ ਜਿਹੜਾ ਭਰਮ ਹੈ ਕਿ ਨਹੀਂ ਆਸਟ੍ਰੇਲੀਆ ਔਖਾ ਹੈ, ਕੈਨੇਡਾ ਸੌਖਾ ਹੈ, ਇਵੇਂ ਕੁਝ ਨਹੀਂ ਹੈ। ਬੱਚੇ ਤੁਸੀਂ ਡਿਸਾਈਡ ਕਰਨਾ ਤੁਸੀਂ ਕਿੱਥੇ ਜਾਣਾ। ਜਿੰਨਾ ਗੁੜ ਜਿੰਨਾ ਮਿੱਠਾ ਪਾਓਗੇ ਓਨਾ ਹੀ ਜਿੰਨਾ ਫਲ ਪਾਓਗੇ ਓਨਾ ਮਿੱਠਾ ਹੋਏਗਾ ਵਾਲੀ ਕਹਾਵਤ ਹੈ। ਐਜ਼ ਲੌਂਗ ਐਜ਼ ਯੂ ਆਰ ਗੁੱਡ ਐਟ ਵਾਟ ਯੂ ਡੂਇੰਗ, ਯੂ ਅੰਡਰਸਟੈਂਡ ਦ ਬੇਸਿਕਸ, ਦੈਨ ਐਵਰੀਥਿੰਗ ਇਜ਼ ਗੁੱਡ। ਸੋ ਤੁਹਾਨੂੰ ਇਹ ਡਿਸਾਈਡ ਕਰਨਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਹੜੀ ਕੰਟਰੀ ਨੂੰ ਆਪਣਾ ਭਵਿੱਖ ਸੋਚਦੇ ਹੋ। ਜੇਕਰ ਅਸੀਂ ਪ੍ਰੋਸਪੈਕਟਸ ਦੀ ਗੱਲ ਕੀਤੀ ਜਾਏ, ਜੇਕਰ ਅਸੀਂ ਗੱਲ ਕੀਤੀ ਜਾਏ ਕਿ ਜਿਹੜੇ ਲੋਕ ਇੱਥੇ ਵਿਚਰਦੇ ਨੇ, ਪੜ੍ਹਾਈ ਕਰ ਚੁੱਕੇ ਨੇ, ਉਹਨਾਂ ਦੇ ਲਈ ਕੀ ਭਵਿੱਖ ਹੈ। ਸੋ ਬਹੁਤ ਸਾਰੇ ਬੱਚੇ ਨੇ ਜਿਹੜੇ 2 ਸਾਲ ਜਾਂ 3 ਸਾਲ ਇੱਥੇ ਜੌਬ ਲਾਈਨ ਦੇ ਵਿੱਚ ਹੈ। ਜਿੱਦਾਂ ਕਿ ਆਪਾਂ ਜੇ ਗੱਲ ਕਰੀਏ GNM ਨਰਸਿੰਗਸ ਦੀ ਗੱਲ ਕਰੀਏ, ਨਰਸਾਂ ਦੀ ਗੱਲ ਕੀਤੀ ਜਾਵੇ, ਜਾਂ ਅਸੀਂ ਗੱਲ ਕਰੀਏ ਟਰੱਕ ਡਰਾਈਵਰਸ ਦੀ, ਤੇ ਜੇ ਟਰੱਕ ਡਰਾਈਵਰਸ ਦੀ ਨਰਸਿੰਗਸ ਦੀ ਗੱਲ ਕੀਤੀ ਹੈ ਤੇ ਜੇ ਤੁਹਾਡੇ ਓਵਰਆਲ 5.5 ਬੈਂਡ ਨੇ, ਜੇ ਓਵਰਆਲ 5.5 ਬੈਂਡ ਨੇ ਤੁਹਾਡੇ, ਤੇ ਤੁਸੀਂ ਕੈਨੇਡਾ ਦੇ ਵਿੱਚ ਆਪਣੇ ਕਰੀਅਰ ਨੂੰ ਸੈਟਲ ਕਰ ਸਕਦੇ ਹੋ ਐਜ਼ ਅ ਹੋਮ ਸਪੋਰਟ ਵਰਕਰ। ਐਂਡ ਉਹਦੇ ਵਾਸਤੇ ਕੀ ਰਿਕੁਆਇਰਮੈਂਟਸ ਹੋਣਗੀਆਂ। ਸੋ ਤੁਸੀਂ GNM ਕੀਤੀ ਹੋਣੀ ਚਾਹੀਦੀ ਹੈ, ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ, 5.5 ਬੈਂਡ ਹੋਣੇ ਚਾਹੀਦੇ। ਜੇਕਰ ਤੁਹਾਡੇ ਕੋਲ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਹੈ, ਫੋਰ ਐਗਜ਼ਾਮਪਲ ਤੁਸੀਂ ਆਸਟ੍ਰੇਲੀਆ, UAE ਕਿਤੇ ਹੋਰ ਰਹੇ ਹੋ ਐਂਡ ਅੱਜ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਸ ਕੰਟਰੀ ਦੇ ਵਿੱਚ ਸਕਸੈਸਫੁਲ ਨਹੀਂ ਹੋ ਪਾ ਰਹੇ, ਰੀਜ਼ਨਸ ਕੋਈ ਵੀ ਨੇ, ਤੁਸੀਂ ਕੈਨੇਡਾ ਦੇ ਵਿੱਚ ਆਪਣੀ ਆਪਸ਼ਨਸ ਨੂੰ ਦੇਖ ਸਕਦੇ ਹੋ। 5 ਬੈਂਡ ਈਚ ਚਾਹੀਦੇ ਹੋਣਗੇ। ਤੁਸੀਂ ਐਜ਼ ਅ ਟਰੱਕ ਡਰਾਈਵਰ ਜੇ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈ, ਯੂ ਕੈਨ ਸੈਟਲ ਇਨ ਕੈਨੇਡਾ। ਸੋ ਅੱਜ ਦੀ ਡੇਟ ਦੇ ਵਿੱਚ ਇਹਨਾਂ ਆਕਿਊਪੇਸ਼ਨਸ ਨੂੰ ਕ੍ਰਿਟੀਕਲ ਸੈਕਟਰ ਦੇ ਵਿੱਚ ਪਾਤਾ ਗਿਆ। ਸੋ ਜਦੋਂ ਮੈਂ 2 ਡਿਫਰੈਂਟ ਕੰਟਰੀਜ਼ ਦੀ ਗੱਲ ਕਰਦੀ ਹਾਂ ਤਾਂ ਚੰਗਾ ਤੇ ਮਾੜਾ ਦੋਨਾਂ ਕੰਟਰੀਜ਼ ਦਾ ਉਹਨਾਂ ਦੇ ਨਾਲ ਚੱਲਦਾ ਹੈ। ਬੈਂਡ ਦੀ ਰਿਕੁਆਇਰਮੈਂਟਸ ਨੋ ਡਾਊਟ ਇਨ ਕੈਨੇਡਾ ਇਜ਼ ਵੈਰੀ ਲੈਸ ਐਂਡ ਆਸਟ੍ਰੇਲੀਆ ਦੇ ਵਿੱਚ ਬੈਂਡ ਦੀ ਰਿਕੁਆਇਰਮੈਂਟ ਇਜ਼ ਨੋ ਡਾਊਟ ਵੈਰੀ ਹਾਈ। ਬਟ ਤੁਸੀਂ ਡਿਸਾਈਡ ਕਰਨਾ ਹੈ ਕਿ ਜੇ ਅੱਜ ਤੁਸੀਂ ਪੜ੍ਹਨ ਵਿੱਚ ਚੰਗੇ ਹੋ, ਤੁਹਾਡੀ ਅੰਗਰੇਜ਼ੀ ਦੀਆਂ ਸਕਿੱਲਸ ਬਹੁਤ ਚੰਗੀਆਂ ਐਂਡ ਤੁਸੀਂ ਇੱਕ ਇਹੋ ਜਿਹੀ ਕੰਟਰੀ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਹੋ ਜਿੱਥੇ ਵੇਜ ਰੇਟ ਬਹੁਤ ਹਾਈ ਹੋਵੇ, ਜਿੱਥੇ ਵੇਜ ਰੇਟ $18-19 ਘੰਟੇ ਤੋਂ ਸ਼ੁਰੂ ਹੁੰਦਾ ਇੱਕ ਬੱਚੇ ਦਾ ਜਿਹੜਾ ਸਟੂਡੈਂਟ ਵੀਜ਼ੇ ਤੇ ਜਾਂਦਾ ਤਾਂ $18-19 ਤੋਂ ਆਪਣਾ ਕਰੀਅਰ ਸ਼ੁਰੂ ਕਰਦਾ, ਤੇ ਅਫਕੋਰਸ ਆਸਟ੍ਰੇਲੀਆ ਤੁਹਾਡੇ ਲਈ ਉਹ ਕੰਟਰੀ ਹੈ। ਜੇਕਰ ਤੁਸੀਂ ਲੌਂਗ ਟਰਮ ਸੋਚਦੇ ਹੋ ਕਿ ਮੈਂ ਜਲਦੀ ਸੈਟਲ ਹੋ ਜਾਵਾਂ, ਤੇ ਜੀ ਹਾਂ, ਕੈਨੇਡਾ ਤੁਹਾਡੇ ਲਈ ਉਹ ਕੰਟਰੀ ਹੈ। ਸੋ ਅਸੀਂ 2 ਵੱਖਰੀਆਂ ਕੰਟਰੀਆਂ ਦੀ ਗੱਲ ਕਰ ਰਹੇ ਹਾਂ। ਘੱਟ ਖਰਚੇ ਦੀਆਂ ਕੰਟਰੀਜ਼ ਦੀ ਵੀ ਕਈ ਵਾਰੀ ਲੋਕੀ ਗੱਲ ਕਰਦੇ ਨੇ, ਬਹੁਤ ਵੀਕ ਹੁੰਦੇ ਨੇ ਅਕੈਡਮਿਕਲੀ ਐਂਡ ਸੋਚਦੇ ਨੇ ਕਿ ਅਸੀਂ ਸਿੱਧਾ ਆਸਟ੍ਰੇਲੀਆ ਚੱਲ ਜਾਈਏ। ਮੈਂ ਉਹਨਾਂ ਬੱਚਿਆਂ ਨੂੰ ਸੁਜੈਸਟ ਕਰੂੰਗੀ ਕਿ ਉਹ ਪਾਥਵੇ ਆਪਸ਼ਨਸ ਲੈਣ। ਪਾਥਵੇ ਆਪਸ਼ਨਸ ਕੈਨ ਬੀ ਵਿਦ ਸਿੰਗਾਪੁਰ। ਸੋ ਤੁਸੀਂ 1 ਸਾਲ ਸਿੰਗਾਪੁਰ ਪੜ੍ਹੋ, ਦੂਸਰਾ ਸਾਲ ਤੁਸੀਂ ਕੈਨੇਡਾ ਜਾਂ ਆਸਟ੍ਰੇਲੀਆ ਪੜ੍ਹੋ। ਰੀਜ਼ਨਸ ਕੀ ਨੇ? ਤੁਹਾਨੂੰ ਜਾਣੂ ਹੋਵੋਗੇ, ਤੁਸੀਂ ਪੜ੍ਹੋਗੇ, ਤੁਸੀਂ ਜੈਨੂਇਨਨੈਸ ਪ੍ਰੂਵ ਕਰੋਗੇ, ਤੁਸੀਂ ਪ੍ਰੂਵ ਕਰੋਗੇ ਕਿ ਤੁਸੀਂ ਪੜ੍ਹ ਸਕਦੇ ਹੋ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਇਹਨਾਂ ਦਾ ਗਰਾਊਂਡ ਵਰਕ, ਇਹਨਾਂ ਦਾ ਹੋਮਵਰਕ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਭਵਿੱਖ ਜਿਹੜਾ ਵਿਚਰਨਾ ਹੈ, ਜਿਹੜਾ ਬਣਨਾ ਹੈ 10 ਸਾਲਾਂ ਬਾਅਦ, ਉਹ ਤੁਹਾਡਾ ਬਣਨਾ ਹੈ। ਕੰਸਲਟੈਂਟ ਦੇ ਮੋਢਿਆਂ ਤੇ ਜੋ ਜ਼ਿੰਮੇਵਾਰੀ ਹੈ ਉਹ ਬਹੁਤ ਭਾਰੀ ਹੈ। ਉਹ ਜ਼ਿੰਮੇਵਾਰੀ ਤੁਹਾਡੇ ਕਰੀਅਰ ਨੂੰ ਸ਼ੇਪ ਦੇਣ ਦੀ ਹੈ, ਉਹ ਕਰੀਅਰ ਤੁਹਾਡੇ ਨੂੰ ਬਣਾਉਣ ਦੀ ਹੈ। ਮਾਂ-ਬਾਪ ਨੇ ਜਨਮ ਦਿੱਤਾ ਹੈ, ਕੰਸਲਟੈਂਟ ਤੁਹਾਡੇ ਕਰੀਅਰ ਨੂੰ ਸ਼ੇਪ ਦਿੰਦਾ, ਪਰ ਉਹ ਤਾਂ ਹੀ ਦੇ ਸਕਦਾ ਜੇਕਰ ਤੁਸੀਂ ਉਹਦੇ ਵਿੱਚ ਯੋਗਦਾਨ ਪਾਓ, ਜੇਕਰ ਤੁਸੀਂ ਆਪਣੇ ਮੈਥਮੈਟਿਕਸ, ਆਪਣੇ ਫੈਕਟਸ ਨੂੰ ਪ੍ਰੋਪਰਲੀ ਸਟੱਡੀ ਕਰੋ। ਸੋ ਜੇਕਰ ਤੁਸੀਂ ਕਿਸੇ ਵੀ ਕੰਟਰੀ ਵਿੱਚ ਜਾਣਾ ਚਾਹੁੰਦੇ ਹੋ, ਪਹਿਲਾਂ ਉਸ ਕੰਟਰੀ ਦੇ ਇਮੀਗ੍ਰੇਸ਼ਨ ਨੂੰ, ਮਾਈਗ੍ਰੇਸ਼ਨ ਨੂੰ ਸਮਝੋ ਕਿ ਉਹ ਕੰਟਰੀ ਦੇ ਵਿੱਚ ਕੀ ਕੰਮ ਹੁੰਦਾ, ਕਿੱਦਾਂ ਦਾ ਬਿਜ਼ਨੈਸਿਸ ਉਸ ਕੰਟਰੀ ਦੇ ਵਿੱਚ ਨੇ, ਉਹ ਕੰਟਰੀ ਟ੍ਰੇਡ ਦੇ ਵਿੱਚ ਕਿੱਦਾਂ ਦਾ ਟ੍ਰੇਡ ਕਰਦੀ ਹੈ, ਤਾਂ ਕਿ ਫੋਰ ਐਗਜ਼ਾਮਪਲ ਕਈ ਵਾਰੀ ਬੱਚੇ ਆਉਂਦੇ ਆ ਕਹਿੰਦੇ ਅਸੀਂ ਸੌਫਟਵੇਅਰ ਡਿਵੈਲਪਿੰਗ ਪੜ੍ਹਨਾ ਹੈ, ਅਸੀਂ ਸੌਫਟਵੇਅਰ ਡਿਵੈਲਪਰ ਬਣਨਾ ਐਂਡ ਅਸੀਂ ਆਸਟ੍ਰੇਲੀਆ ਜਾਣਾ। ਉਹਨਾਂ ਬੱਚਿਆਂ ਲਈ ਆਸਟ੍ਰੇਲੀਆ ਦੇ ਵਿੱਚ ਭਵਿੱਖ ਨਹੀਂ ਆ। ਉਹ US ਪੜ੍ਹਨ ਜਾਣ ਤੇ ਉਹਨਾਂ ਦੀ ਜੌਬ ਓਪਰਚੁਨਿਟੀਜ਼, ਬਿਕੋਜ਼ ਬਿਗ ਬ੍ਰਾਂਡਸ ਲਾਈਕ ਗੂਗਲ ਇਜ਼ ਅਵੇਲੇਬਲ ਇਨ US, ਤੇ ਉਹਨਾਂ ਦੀਆਂ ਜੌਬ ਓਪਰਚੁਨਿਟੀਜ਼, ਉਹਨਾਂ ਦਾ ਕਰੀਅਰ, ਉਹਨਾਂ ਦਾ ਭਵਿੱਖ US ਵਰਗੀ ਕੰਟਰੀ ਦੇ ਵਿੱਚ ਜ਼ਿਆਦਾ ਵਧੀਆ ਬਣੂਗਾ ਨਿਸਬਤ ਕਿ ਜੇ ਉਹ ਆਸਟ੍ਰੇਲੀਆ ਜਾਣ। ਇੱਦਾਂ ਹੀ ਇੱਕ ਬੱਚਾ ਕਹਿੰਦਾ ਹੈ ਕਿ ਮੈਂ ਕਾਰਪੈਂਟਰ ਦੀ ਸਟੱਡੀਜ਼ ਕਰਨੀ ਹੈ, ਮੈਂ ਸਿਵਲ ਕਰਨਾ ਹੈ, ਤਾਂ ਉਹ ਬੱਚੇ ਆਸਟ੍ਰੇਲੀਆ ਦੇ ਵਿੱਚ ਅਪਲਾਈ ਕਰਨ ਤਾਂ ਉਹਨਾਂ ਦਾ ਭਵਿੱਖ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਸੁਨਹਿਰਾ ਤੇ ਜ਼ਿਆਦਾ ਸੋਹਣਾ ਬਣ ਸਕਦਾ ਹੈ। ਬਿਕਾਜ਼ ਜੌਬ ਰੇਟ ਵਾਈਜ਼ ਜਿੱਦਾਂ ਗੱਲ ਕੀਤੀ ਜਾਏ ਤਾਂ ਸਿਵਲ ਦੀਆਂ ਜੌਬਸ, ਕਾਰਪੈਂਟਰੀ, ਜੇਕਰ ਵੀ ਟਾਕ ਅਬਾਊਟ ਵਾਲ ਫਲੋ ਟਾਈਲਿੰਗ, ਜੇ ਆਪਾਂ ਇਹਨਾਂ ਆਕਿਊਪੇਸ਼ਨਸ ਦੀ ਗੱਲ ਕਰੀਏ, ਬਿਜ਼ਨਸ ਐਨਾਲਿਸਟ ਦੀ ਗੱਲ ਕਰੀਏ, ਰੋਬੋਟਿਕਸ ਦੀ ਗੱਲ ਕਰੀਏ, ਤਾਂ ਆਸਟ੍ਰੇਲੀਆ ਦੇ ਵਿੱਚ ਇਹਨਾਂ ਬੱਚਿਆਂ ਦਾ ਭਵਿੱਖ ਜ਼ਿਆਦਾ ਸੁਨਹਿਰਾ ਹੈ, ਜ਼ਿਆਦਾ ਸੁਨਹਿਰੀ ਹੈ। ਸੋ ਜੇਕਰ ਤੁਸੀਂ ਡਿਸਾਈਡ ਕਰ ਰਹੇ ਹੋ ਕੋਰਸ, ਤੇ ਕੋਰਸ ਦੇ ਨਾਲ ਕੰਟਰੀ ਡਿਸਾਈਡ ਕਰਨੀ ਬਹੁਤ ਜ਼ਰੂਰੀ ਹੈ। ਅਕਸਰ ਰਿਫਿਊਜ਼ਲਸ ਦੇ ਕਾਰਨ ਇਹ ਨੇ। ਅਸੀਂ ਅੱਜ ਥੋੜ੍ਹੀ ਜਿਹੀ ਹੋਰ ਗੱਲ ਕਰਾਂਗੇ, ਡਿਫਰੈਂਟ ਵੀਜ਼ਾਸ ਦੀ ਗੱਲ ਕੀਤੀ ਸੀ ਸਟਾਰਟ ਦੇ ਵਿੱਚ, ਗੱਲ ਕਰਾਂਗੇ ਡਿਪੈਂਡੈਂਟ ਵੀਜ਼ਾ, ਸਪਾਊਸ ਵੀਜ਼ਾ ਬਾਰੇ।
ਬਹੁਤ ਸਾਰੇ ਲੋਕ ਸਪਾਊਸ ਦੇ ਨਾਲ ਜਾਣਾ ਪਸੰਦ ਕਰਦੇ ਨੇ ਐਂਡ ਸੋਚਦੇ ਨੇ ਕਿ ਅਸੀਂ ਸਪਾਊਸ ਦੇ ਨਾਲ ਵੀਜ਼ਾ ਲੈ ਲਈਏ। ਓਪਨ ਵਰਕ ਪਰਮਿਟ ਦੀ ਆਪਸ਼ਨ ਦਿੱਤੀ ਗਈ ਹੈ ਕੈਨੇਡਾ ਦੇ ਵਿੱਚ, ਡਿਪੈਂਡੈਂਟ ਵੀਜ਼ਾ ਤੇ ਸਪਾਊਸ ਵੀਜ਼ੇ ਦੀ ਆਪਸ਼ਨ ਦਿੱਤੀ ਗਈ ਹੈ ਆਸਟ੍ਰੇਲੀਆ ਦੇ ਵਿੱਚ। ਦੋ ਗੱਲਾਂ ਕਰਾਂਗੀ, ਨਾਲ ਹੀ ਕਰਾਂਗੀ ਐਂਡ ਉਮੀਦ ਕਰਾਂਗੀ ਕਿ ਕੋਸ਼ਿਸ਼ ਕਰਾਂ ਕਿ ਬਹੁਤ ਸਿੰਪਲੀਫਾਈ ਕਰਕੇ ਕਰਾਂ। ਓਪਨ ਵਰਕ ਪਰਮਿਟ ਦੇ ਵਿੱਚ ਪਹਿਲਾਂ ਸਟੂਡੈਂਟ ਜਾਂਦਾ ਹੈ, ਬਾਅਦ ਚੋਂ ਤੁਹਾਡਾ ਸਪਾਊਸ ਜਾਂਦਾ ਤੁਹਾਡੇ ਨਾਲ। ਐਂਡ ਜੇਕਰ ਤੁਸੀਂ ਡਿਪੈਂਡੈਂਟ ਵੀਜ਼ੇ ਦੀ ਗੱਲ ਕਰਦੇ ਹੋ ਤਾਂ ਪਹਿਲਾਂ ਤੁਸੀਂ ਨਾਲ ਜਾ ਸਕਦੇ ਹੋ, ਤੁਹਾਡਾ ਸਪਾਊਸ ਵੀ ਤੁਹਾਡੇ ਨਾਲ ਜਾ ਸਕਦਾ ਹੈ। 1+1 ਵੀ ਕਹਿੰਦੇ ਨੇ ਕਈ ਲੋਕ ਇਸ ਗੱਲ ਨੂੰ। ਇਹ 'ਚ ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਡਿਪੈਂਡੈਂਟ ਤੁਹਾਡਾ ਸਪਾਊਸ ਜਿਹੜਾ ਤੁਹਾਡੇ ਨਾਲ ਜਾ ਰਿਹਾ ਕੀ ਉਹ ਤੁਹਾਡੇ ਨਾਲ ਜਾ ਕੇ ਉੱਥੇ ਤੁਹਾਡੀ ਲਾਈਫ ਦੇ ਵਿੱਚ ਕੰਟਰੀਬਿਊਟ ਕਰੇਗਾ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਬਰਡਨ ਬਣੂਗਾ। ਇਹ ਚੀਜ਼ ਵੀਜ਼ਾ ਆਫਿਸਰ ਬਹੁਤ ਕਲੋਜ਼ਲੀ ਦੇਖਦਾ ਹੈ। ਕੀ ਦੇਖਦਾ ਉਹਦੇ ਵਿੱਚ? ਤੁਹਾਡੇ ਇਕਨੋਮਿਕ ਟਾਈਜ਼ ਕਿੱਦਾਂ ਦੇ ਨੇ ਕੰਟਰੀ ਨਾਲ, ਫਾਈਨੈਂਸ਼ੀਅਲ ਟਾਈਜ਼ ਕਿੱਦਾਂ ਨੇ, ਸੋਸ਼ਲ ਟਾਈਜ਼ ਕਿੱਦਾਂ ਨੇ, ਇਹ ਸਭ ਚੀਜ਼ਾਂ ਦਾ ਧਿਆਨ ਬਹੁਤ ਕਲੋਜ਼ਲੀ ਦਿੱਤਾ ਜਾਂਦਾ ਹੈ। ਸੋ ਇਸ ਕਰਕੇ ਹਰ ਕੰਸਲਟੈਂਟ ਜਦੋਂ ਇਹ ਫਾਈਲਸ ਕਰਦਾ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਿਆ ਜਾਂਦਾ। ਮਿਨਿਸਟਰਲ ਡਾਇਰੈਕਸ਼ਨ ਨੰਬਰ 69 ਦੇ ਅਗੇਂਸਟ ਇਹਨਾਂ ਵੀਜ਼ਾਸ ਨੂੰ ਆਸਟ੍ਰੇਲੀਆ ਦੇ ਵਿੱਚ ਡਿਸਾਈਡ ਕੀਤਾ ਜਾਂਦਾ ਹੈ। ਜੇਕਰ ਤੁਸੀਂ 500.211 ਸਬ ਕਲਾਸ ਦੇ ਅੰਡਰ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ ਤਾਂ ਉਹਦਾ ਮਤਲਬ ਇਹ ਹੈ ਕਿ ਤੁਸੀਂ ਜੈਨੂਇਨ ਐਂਟਰੈਂਟ ਨਹੀਂ ਸੀਗੇ। ਇਹਦਾ ਮਤਲਬ ਇਹ ਹੈ ਕਿ ਵੀਜ਼ਾ ਆਫਿਸਰ ਨੂੰ ਤੁਹਾਡੀ ਨੀਅਤ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਜਾਣ ਵਾਸਤੇ ਸ਼ੱਕ ਹੈ। ਸਿਮਿਲਰ ਸਿਚੁਏਸ਼ਨ ਹੀ ਓਪਨ ਵਰਕ ਪਰਮਿਟ ਦੀ ਕੈਨੇਡਾ ਦੇ ਵਿੱਚ ਹੈ। What they are doing is they are saying the main applicant is going to go first to Canada and then after 3 months you have all the documents and you can apply in Canada as an open spouse work permit। ਤੁਸੀਂ ਆਪਣੇ ਸਪਾਊਸ ਦੇ ਨਾਲ ਜਾ ਕੇ ਕੈਨੇਡਾ ਦੇ ਵਿੱਚ ਰਹਿ ਸਕਦੇ ਹੋ। ਆਉਣ ਵਾਲੀਆਂ ਪ੍ਰੋਬਲਮਸ ਤੋਂ ਪਹਿਲਾਂ ਹੀ ਤੁਹਾਨੂੰ ਜਾਣੂ ਕਰਾਉਣਾ ਚਾਹੁੰਦੇ ਹਾਂ ਥੈਂਕਸ ਟੂ ਦ ਨਿਊਜ਼ ਚੈਨਲ ਜਿਹੜੇ ਕਿ ਆ ਕੇ ਤੁਹਾਨੂੰ ਲੋਕਾਂ ਨੂੰ ਰੈਗੂਲਰ ਅਪਡੇਟਸ ਤੁਹਾਡੇ ਤੱਕ ਪਹੁੰਚਾਉਂਦੇ ਨੇ। ਅੱਜ ਹੀ ਆਪਣੀ ਪਲੈਨਿੰਗ ਕਰੋ। ਵੀਜ਼ਾ ਆਫਿਸਰ ਨੇ ਅੱਖਾਂ ਬੰਦ ਕਰਕੇ ਵੀਜ਼ਾ ਨਹੀਂ ਦੇਣਾ ਤੇ ਅੱਖਾਂ ਖੋਲ ਕੇ ਹੀ ਵੀਜ਼ਾ ਦੇਣਾ ਹੈ। ਸੋ ਇਸ ਕਰਕੇ ਬਹੁਤ ਇੰਪੋਰਟੈਂਟ ਹੈ ਤੁਹਾਡਾ ਰਿਲੇਸ਼ਨਸ਼ਿਪ ਕਿਵੇਂ ਦਾ, ਤੁਹਾਡੀ ਖੁਦ ਦੀ ਪ੍ਰੋਫਾਈਲ ਕੀ ਹੈ, ਸਪਾਂਸਰ ਦੇ ਕਾਗਜ਼ਾਂ ਦੀ ਵੈਲਿਊ ਜ਼ਰੂਰ ਹੋਏਗੀ, ਬੱਚਾ ਪੜ੍ਹ ਰਿਹਾ, ਰੈਗੂਲਰ ਪੜ੍ਹ ਰਿਹਾ, ਪਾਸ ਹੋ ਰਿਹਾ, ਰਿਲੇਸ਼ਨਸ਼ਿਪ ਜੈਨੂਇਨ ਹੈ, ਇਹ ਸਭ ਚੀਜ਼ਾਂ ਸਟੈਂਡਰਡ ਨੇ। ਮੈਰਿਜ ਸਰਟੀਫਿਕੇਟ ਹਰ ਕੋਈ ਲੈ ਕੇ ਆਏਗਾ ਜਦੋਂ ਵੀ ਕੰਸਲਟੈਂਟ ਦੇ ਦਫ਼ਤਰ ਆਏਗਾ, ਜੇ ਓਪਨ ਸਪਾਊਸ ਵਰਕ ਪਰਮਿਟ ਦੀ ਵੀਜ਼ਾ ਲੈਣ ਵਾਸਤੇ ਆਏਗਾ ਜਾਂ ਡਿਪੈਂਡੈਂਟ ਵੀਜ਼ਾ ਲੌਂਚ ਕਰਨ ਵਾਸਤੇ ਆਏਗਾ ਤਾਂ ਲੈ ਕੇ ਹੀ ਆਏਗਾ। ਪਰ ਇਹ ਤੋਂ ਇਲਾਵਾ ਕੀ ਜ਼ਰੂਰੀ ਹੈ ਕਿ ਤੁਹਾਡੀ ਖੁਦ ਦੀ ਹੋਂਦ ਕੀ ਹੈ, ਤੁਹਾਡੀ ਖੁਦ ਦੀ ਪਛਾਣ ਵੀਜ਼ਾ ਆਫਿਸਰ ਨੂੰ ਅਸੀਂ ਕੀ ਦਿਖਾ ਸਕਦੇ ਹਾਂ, ਬਹੁਤ ਜ਼ਰੂਰੀ ਹੈ। ਜਿਹੜੇ ਇਸ ਉਮੀਦ ਤੇ ਬੈਠੇ ਨੇ ਕਿ ਓਪਨ ਸਪਾਊਸ ਵਰਕ ਪਰਮਿਟ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਨੇ ਜਾਂ ਉਹਨਾਂ ਦੇ ਪਾਰਟਨਰਸ ਹਸਬੈਂਡ ਵਾਈਫ ਕੋਈ ਵੀ ਆਸਟ੍ਰੇਲੀਆ ਦੇ ਵਿੱਚ ਪੜ੍ਹ ਰਿਹਾ ਸਟੂਡੈਂਟ ਵੀਜ਼ੇ ਤੇ ਉਹ ਉਹਨਾਂ ਨੂੰ ਜੁਆਇਨ ਕਰਨਾ ਚਾਹੁੰਦੇ ਤਾਂ ਉਹ ਆਪਣੀ ਪ੍ਰੋਫਾਈਲ ਨੂੰ ਠੀਕ ਕਰਨ, ਇਹ ਬਹੁਤ ਜ਼ਰੂਰੀ ਹੈ। ਅਸੀਂ ਹੋਰ ਵੀ ਬਹੁਤ ਸਾਰੇ ਵੀਜ਼ਾਸ ਕਰਦੇ ਹਾਂ। ਜੇਕਰ ਤੁਸੀਂ ਪਾਰਟਨਰ ਵੀਜ਼ਾਸ ਦੀ ਗੱਲ ਕਰਨਾ ਚਾਹੁੰਦੇ ਹੋ, ਤੁਹਾਡਾ ਪਾਰਟਨਰ ਆਸਟ੍ਰੇਲੀਆ ਦੇ ਵਿੱਚ ਹੈ, ਤੁਸੀਂ ਬਿਜ਼ਨਸ ਵੀਜ਼ੇ ਦੀ ਗੱਲ ਕਰਨਾ ਚਾਹੁੰਦੇ ਹੋ, ਇੱਥੇ ਬਿਜ਼ਨਸ ਕਰਦੇ ਹੋ, ਤੁਹਾਡੀ ਬਿਜ਼ਨਸ ਦੀ ਲਾਗਤ 2.5 ਕਰੋੜ ਹੈ, ਤੁਸੀਂ ਇਨਵੈਸਟ ਕਰਕੇ ਸਾਰੇ ਪਰਿਵਾਰ ਦੇ ਨਾਲ ਘੱਟ ਖਰਚੇ ਦੇ ਵਿੱਚ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਇਨਵੈਸਟਮੈਂਟ ਕੈਟਾਗਰੀ ਦੇ ਵਿੱਚ ਤੁਸੀਂ ਉਹਦੇ ਲਈ ਵੀ ਐਲੀਜੀਬਲ ਹੋ ਸਕਦੇ ਹੋ। ਅਸੀਂ ਤੁਹਾਡੀ ਪ੍ਰੋਫਾਈਲ ਨੂੰ ਅਸੈਸ ਕਰਾਂਗੇ। ਹੋਰ ਬਹੁਤ ਤਰ੍ਹਾਂ ਦੇ ਵੀਜ਼ਾਸ ਹੈ ਜਿਹੜੇ ਕਈ ਵਾਰੀ ਲੋਕੀ ਜਾਣੂ ਨਹੀਂ ਹੁੰਦੇ। ਜੇਕਰ ਤੁਸੀਂ ਇਹਦੇ ਬਾਰੇ ਕੋਈ ਵੀ ਵਧੇਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਹੈਲਪਲਾਈਨ ਨੰਬਰਸ ਤੇ ਕਾਲ ਕਰ ਸਕਦੇ ਹੋ, ਥੱਲੇ ਫਲੈਸ਼ ਕੀਤੇ ਜਾਣਗੇ ਉਹ ਨੰਬਰਸ। ਇਸ ਤੋਂ ਇਲਾਵਾ ਜੇਕਰ ਤੁਸੀਂ ਰਿਫਿਊਜ਼ ਹੋ ਚੁੱਕੇ ਹੋ, ਤੁਹਾਡਾ ਫੈਮਿਲੀ ਮੈਂਬਰ ਕੋਈ ਆਸਟ੍ਰੇਲੀਆ ਦੇ ਵਿੱਚ ਆ, ਤੁਸੀਂ ਸਪਾਂਸਰ ਕੈਟਾਗਰੀ ਦੇ ਵਿੱਚ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਜਾਂ LMI ਦੇ ਆਪਸ਼ਨਸ ਦੇਖਣਾ ਚਾਹੁੰਦੇ ਹੋ ਫॉर ਕੈਨੇਡਾ, ਜੇਕਰ ਤੁਸੀਂ ਕੈਨੇਡਾ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਣੀ ਆਕੂਪੇਸ਼ਨਸ ਨੂੰ ਦੇਖਣਾ ਚਾਹੁੰਦੇ ਹੋ, ਆਪਣੀਆਂ ਆਪਸ਼ਨਸ ਐਕਸਪਲੋਰ ਕਰਨਾ ਚਾਹੁੰਦੇ ਹੋ ਤਾਂ ਮੈਂ ਇਹ ਸੁਜੈਸਟ ਕਰੂੰਗੀ ਕਿ ਆਪਣੀ ਪ੍ਰੋਫਾਈਲਸ ਨੂੰ ਸਾਡੇ ਨਾਲ ਸ਼ੇਅਰ ਕਰੋ, ਡਿਸਕਸ ਕਰੋ। ਕੰਸਲਟੇਸ਼ਨ ਇਨ ਇੰਡੀਆ ਇਜ਼ ਨਾਟ ਕਾਸਟਿੰਗ ਐਨੀਥਿੰਗ, ਸੋ ਇਟ ਇਜ਼ ਵੈਰੀ ਗੁੱਡ ਕਿ ਇੰਡੀਅਨ ਸਿਸਟਮ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਵਿੱਚ ਜਿੱਥੇ ਨਾਰਥ 'ਚ ਅਸੀਂ ਬੈਠੇ ਹਾਂ ਕੰਸਲਟੇਸ਼ਨ ਚਾਰਜਸ ਨਹੀਂ ਹੈ। ਤੁਹਾਡੇ ਤੱਕ ਰਾਈਟ ਇਨਫੋਰਮੇਸ਼ਨ ਪਹੁੰਚਾਉਣ ਵਾਸਤੇ ਪੰਜਾਬ ਬੁਲੇਟਿਨ ਵਰਗੇ ਨਾਈਸ ਚੈਨਲਸ ਨੇ ਜਿਹੜੇ ਰੈਗੂਲਰ ਅਪਡੇਟਸ ਤੁਹਾਡੇ ਤੱਕ ਪਹੁੰਚਾਉਂਦੇ ਨੇ। ਸੋ ਤੁਹਾਨੂੰ ਇਹਨਾਂ ਚੀਜ਼ਾਂ ਦਾ ਬੈਨੀਫਿਟ ਲੈਣਾ ਚਾਹੀਦਾ ਐਜ਼ ਅ ਐਪਲੀਕੈਂਟ। right information, right channel, right guidance will make your career explore। ਸੋ 10 ਸਾਲਾਂ ਤੱਕ ਦਾ ਤੁਹਾਡਾ ਭਵਿੱਖ ਜਿਹੜਾ ਬਣਨਾ ਹੈ ਉਹ ਤੁਹਾਡੀ ਗਾਈਡੈਂਸ, ਸਾਡੀ ਗਾਈਡੈਂਸ ਤੇ ਇਹਨਾਂ ਦੀ ਸਪੋਰਟ ਦੇ ਨਾਲ ਬਣਨਾ ਹੈ। ਸੋ ਡੋਂਟ ਮਿਸ ਦਿਸ ਓਪਰਚੁਨਿਟੀ, ਕਾਲ ਨਾਓ ਔਨ ਦ ਹੈਲਪਲਾਈਨਸ। ਹੈਲਪਲਾਈਨ ਨੰਬਰਸ ਵਿਲ ਬੀ ਫਲੈਸ਼ ਡਾਊਨ ਐਂਡ ਦ ਈਮੇਲ ਐਡਰੈਸ। ਜੇ ਕੋਈ ਵੀ ਵਧੇਰੀ ਜਾਣਕਾਰੀ ਚਾਹਣਾ ਚਾਹੁੰਦੇ ਹੋ, we are always there for you। good luck and ਸਤਿ ਸ਼੍ਰੀ ਅਕਾਲ। ਥੈਂਕ ਯੂ।
ਸੋ ਬਿਲਕੁਲ ਗੱਲਬਾਤ ਕੀਤੀ ਹੈ ਭਾਵਨਾ ਜੀ ਹੋਣਾ ਦੇ ਨਾਲ ਕੈਨ ਵਰਲਡਸ ਤੋਂ ਨੇ। ਸੋ ਵੱਖ-ਵੱਖ ਵੀਜ਼ਿਆਂ ਦੇ ਬਾਰੇ ਅੱਜ ਗੱਲਬਾਤ ਕੀਤੀ ਗਈ ਹੈ। ਸੋ ਬਹੁਤ ਸਾਰੇ ਖਦਸ਼ੇ ਤੁਹਾਡੇ ਮਨ ਦੇ ਵਿੱਚ ਵੀ ਹੋਣਗੇ ਜੇਕਰ ਤੁਸੀਂ ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦੇ ਹੋ। ਸੋ ਇਸ ਵੀਡੀਓ ਦੇ ਦੌਰਾਨ ਸ਼ਾਇਦ ਉਹ ਖਦਸ਼ੇ ਜਿਹੜੇ ਨੇ ਜਾਂ ਡਰ ਨੇ ਜਾਂ ਜੋ ਵੀ ਤੁਹਾਡੇ ਮਨ 'ਚ ਕੁਝ ਸ਼ਿਕਾਇਤਾਂ ਜਾਂ ਡਾਊਟਸ ਆ ਰਹੇ ਸੀ ਉਹ ਸਾਰੇ ਕਲੀਅਰ ਹੋ ਚੁੱਕੇ ਹੋਣਗੇ। ਪਰ ਫਿਰ ਵੀ ਜੇ ਅਗਰ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਇਹਨਾਂ ਦੇ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਭਵਿੱਖ ਜਿਹੜਾ ਉਹਨੂੰ ਉਜਵਲ ਬਣਾ ਸਕਦੇ ਹੋ। ਸੋ ਰੋਜ਼ਾਨਾ ਦੀਆਂ ਖਬਰਾਂ ਦੀ ਅਪਡੇਟਸ ਲਈ ਬਣੇ ਰਹੋ ਪੰਜਾਬੀ ਬੁਲੇਟਿਨ ਦੇ ਨਾਲ। ਕੈਮਰਾ ਪਰਸਨ ਵਿਜੇ ਦੇ ਨਾਲ ਮਨਪ੍ਰੀਤ ਕੌਰ, ਜਲੰਧਰ।